नहीं हजे लखे सिधाने बारे फैसला होया है। हजे दीप संधू की कोई गल नहीं जी। जे तो बंदा विचार आपदे छड्ड के थोड़ा जिहा आ जे फिर तो ठीक रहिंदा। हुण जे मैं जिक्र मैनूं करना पू 26 वाला फिर रौला कित्थे पिया। इनकलाब करना चाहुंदे ने कुछ, मैं दूजी गल ना कहा होर कुछ करना चाहुंदे ने कि हुण गवांढियां नाल लड़ाई, पाकिस्तान नाल कलेश पाई बैठे ने, चीन नाल कलेश पाई बैठे ने, ते बंगलादेश च प्रधानमंत्री नाल की बना जनकणक पाकिस्तान का बार्डर खोलन, सारी कणक भी 3000 रुपये कुंटल विकूगी जे कोई ना सरकार नूं पैसे बनणगे, पर वो तो करना नहीं गा, असीं खरीदनी नहीं जी। फिर होर किसान कोले की हैगा। स्वागत है तुहाडा ते तुसीं डेली पोस्ट पंजाबी देख रहे हो। मैं हाँ सुखा खेड़ीवाला ਸਿੰਘੂ ਬਾਰਡਰ ਤੇ ਮੌਜੂਦ ਹਾਂ ਤੇ ਪਲ ਪਲ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਰਿਹਾ। ਕਿਸਾਨੀ ਅੰਦੋਲਨ ਚੱਲ ਰਿਹਾ, ਉਸੇ ਰਫ਼ਤਾਰ ਦੇ ਵਿੱਚ ਚੱਲ ਰਿਹਾ, ਉਸੇ ਰਫ਼ਤਾਰ ਦੇ ਵਿੱਚ ਦੌੜ ਰਿਹਾ। ਕੇਂਦਰ ਨੂੰ ਬਾਰ-ਬਾਰ ਘੇਰਨ ਦੀ ਜਿਹੜੀ ਤਿਆਰੀ ਹੈ ਉਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ। ਕੀ ਰਣਨੀਤੀਆਂ ਤੈਅ ਕੀਤੀਆਂ ਗਈਆਂ ਨੇ, ਹੁਣ ਇਸ ਪੜਾਅ ਨੂੰ ਲੈ ਕੇ ਸਾਡੇ ਨਾਲ ਆਗੂ ਨੇ ਜੀ, ਕਿਸਾਨ ਆਗੂ ਨੇ ਜੀ। ਰੁਲਦੂ ਜੀ ਸਵਾਗਤ ਹੈ ਸਰ। ਸਤਿ ਸ੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ, ਪੰਜਾਬ ਦੀ ਫੇਰੀ ਲਾ ਕੇ ਆਏ ਹੋ ਜੀ, ਲੋਕਾਂ 'ਚ ਉਤਸ਼ਾਹ ਕਿਵੇਂ ਲੱਗਦਾ ਕਿ ਹੁਣ ਰਫ਼ਤਾਰ ਵਧੀ ਆ? ਮੇਰਾ ਖਿਆਲ ਹੈ ਵੀ ਮੈਂ ਪਰਸੋਂ ਹਬੂਰ ਗਿਆ ਸੀਗਾ, ਅਸੀਂ ਕੋਈ ਲੀਡਰ ਨੇ ਜ਼ੋਰ ਨਹੀਂ ਲਾਇਆ। ਉੱਥੋਂ ਦੇ ਲੋਕਾਂ ਨੇ, ਆੜ੍ਹਤੀਆਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਮੁਨਸ਼ੀਆਂ ਨਾਲ ਲਾ ਕੇ ਮੇਰਾ ਖਿਆਲ ਹੈ ਵੀ ਬਹੁਤ ਵੱਡਾ ਇਕੱਠ ਸੀਗਾ। ਉਸ ਕੰਮ ਤਾਂ ਦੇਖ ਕੇ ਅਸੀਂ ਵੀ ਖੁਸ਼ ਹਾਂ, ਉਤਸ਼ਾਹ ਨਾਲ ਸਾਰੇ ਲੀਡਰ ਜਲ ਵੀ ਗਿਆ, ਸਾਰੇ ਗਏ ਸੀਗੇ, ਬਹੁਤ ਵੱਡਾ ਇਕੱਠ ਸੀਗਾ। ਕੱਲ੍ਹ ਮੈਂ ਬਾਘਾ ਪੁਰਾਣੇ ਗਿਆ, ਕੱਲ੍ਹ ਇੱਕ ਨਾਲ ਸਾਡਾ ਆਪਦਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ, ਜਿਹੜਾ FCI ਦੇ ਦਫ਼ਤਰ ਘੇਰੇ ਸੀਗੇ 6 ਵਜੇ ਤੱਕ, 11 ਤੋਂ ਲੈ ਕੇ ਹਰ ਇੱਕ ਦਫ਼ਤਰ ਦੇ ਵਿੱਚ ਵੱਡੀ ਪੱਧਰ 'ਤੇ ਇਕੱਠ ਸੀਗਾ। ਨਾਲੇ ਕੰਮ ਛੜਿਆ ਪਿਆ, ਨਾਲੇ ਤਾਂ ਵੀ ਲੋਕਾਂ ਦਾ ਹੋਇਆ। ਅਤੇ ਜਿਹੜੀ ਵਧੀਆ ਗੱਲ ਦੇਖਣ ਨੂੰ ਮਿਲੀ ਹੈ ਉਤਸ਼ਾਹ ਦੀ, ਜਿੰਨੇ ਪੰਜਾਬ ਦੇ ਆੜ੍ਹਤੀਏ ਸੀਗੇ, ਕੱਲ੍ਹ ਆੜ੍ਹਤੀਆਂ ਦਾ ਇਕੱਠ ਸੀਗਾ, ਕਿਸਾਨ ਉਹ 'ਚ ਇਕੱਠ ਸੀ, ਕਿਸਾਨ ਆਪਦੇ ਕੰਮ 'ਤੇ ਲੱਗੇ ਹੋਏ ਸੀਗੇ, ਬਹੁਤ ਵੱਡਾ ਇਕੱਠ ਸੀਗਾ। ਮੇਰਾ ਖਿਆਲ ਹੈ 20,000 ਦਾ ਇਕੱਠ ਮੰਗੂ ਮੈਨੂੰ ਲੱਗਿਆ ਵੀ 20,000 ਦਾ ਇਕੱਠ ਹੋਊਗਾ, ਅਤੇ ਬੜਾ ਸ਼ਾਂਤਮਈ ਸੁਣਿਆ। ਉਹਨਾਂ ਨੇ ਸਟੇਜ ਲਾਈ, ਉਹਨੇ ਚੱਲ ਇਹ ਇੱਕ ਗੱਲ ਵਧੀਆ ਸ਼ੁਭ ਸਾਗਨ ਹੈ। ਕਿਸੇ ਸਮੇਂ ਅਸੀਂ ਆੜ੍ਹਤੀਆ, ਮਜ਼ਦੂਰ, ਕਿਸਾਨ ਅੱਡੋ ਅੱਡੀ ਚੱਲ ਰਹੇ ਸੀ, ਜਿਹੜੇ ਅਸੀਂ ਇੱਕ ਸਟੇਜ 'ਤੇ ਆ ਗਏ, ਅਤੇ ਲਾਜ਼ਮੀ ਹੈ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਜਦੋਂ ਅੰਦੋਲਨ ਇੰਨਾ ਵੱਧ ਜੇ, ਲੋਕ ਸੜਕਾਂ 'ਤੇ ਆ ਜਾਣ। ਇਹੀ ਹੈ ਬਾਪੂ। 71 ਇਕੱਠੇ ਹੋਣ ਦੀ ਗੱਲ ਕੀਤੀ ਆ ਤੁਸੀਂ ਨੇ, ਜੇਕਰ ਜਿਵੇਂ ਉਹ ਲੱਖੇ ਸਿਧਾਣੇ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਆਪਣਾ ਫੈਸਲਾ ਲਿਆ ਆ ਤੇ ਜਲਦ ਚਲੋ ਆਉਣਗੇ ਵੀ ਸਾਹਮਣੇ, ਉਹ ਵੀ ਕਹਿੰਦੇ ਨੇ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ, ਸੰਯੁਕਤ ਮੋਰਚਾ ਵੀ ਕਹਿੰਦਾ ਇਕਜੁੱਟ ਹੋਣ ਨਾਲ ਚੱਲਣਾ। ਲੱਗਦਾ ਕਿ ਜਦ ਦੀਪ ਜੀ ਆਉਣੇ ਆ ਜੇਲ੍ਹ 'ਚੋਂ ਉਦੋਂ ਵੀ ਜਿਹੜਾ ਹੈਗਾ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ? ਨਹੀਂ, ਹਜੇ ਲੱਖੇ ਸਿਧਾਣੇ ਬਾਰੇ ਫੈਸਲਾ ਹੋਇਆ ਹੈਗਾ। ਹਜੇ ਦੀਪ ਸੰਧੂ ਦੀ ਕੋਈ ਗੱਲ ਨਹੀਂ, ਜਿਹੜੀ ਮੈਂ ਉਦੋਂ ਪਹਿਲਾਂ ਕੁਛ ਵੀ ਨਹੀਂ ਕਹਿ ਸਕਦਾ, ਨਾ ਮੈਂ ਹਾਂ ਕਹਿ ਸਕਦਾ, ਨਾ ਮੈਂ ਨਾ ਕਹਿ ਸਕਦਾ ਗਾ। ਜਦੋਂ ਕੋਈ ਗੱਲਾਂ ਚੱਲਦੀਆਂ, ਕਿਹਦੀ ਕੀ ਰੇ ਬਣਦੀ ਆ, ਕਿਹਦੀ ਕਿਸੇ ਕੀ ਰਾਏ ਬਣਦੀ ਹੈਗੀ, ਹਜੇ ਉਹਦੇ ਬਾਰੇ ਕੋਈ ਗੱਲ ਚੱਲੀ ਨਹੀਂ ਹੈਗੀ। ਇੱਕ ਹੋਰ ਅਹਿਮ ਸਵਾਲ ਆ, ਲੋਕ ਵੀ ਸਾਤੋਂ ਪੁੱਛਦੇ ਆ, ਲੱਗਦਾ ਕਿ ਦੂਸਰੀ ਤਰਫ ਜਿਹੜਾ ਅੰਦੋਲਨ ਚੱਲ ਰਿਹਾ ਇਕਜੁੱਟ ਹੋ ਕੇ ਜੇਕਰ ਚੱਲੇ ਜਾਵੇ, ਲੜਾਈ ਲੜੀ ਜਾਵੇ, ਤਾਂ ਹੋ ਸਕਦਾ ਕਿ ਤਗੜੇ ਹੋ ਕੇ ਵਧੀਆ ਮਜ਼ਬੂਤੀ ਨਾਲ ਅੰਦੋਲਨ ਨੂੰ ਬਣਾ ਸਕਦੇ ਆ। ਮੇਰਾ ਖਿਆਲ ਤੁਸੀਂ ਅਗਲੀ ਸਟੇਜ ਦੀ ਗੱਲ ਕਰੀ ਲੱਗਦੀ ਆ ਮੈਨੂੰ। ਇੱਕ ਇਹ ਹੁੰਦਾ, ਅਸੀਂ ਸਾਰੇ ਅੱਡੋ ਅੱਡੀ ਵਿਚਾਰਾਂ ਦੇ ਬੰਦੇ ਆ, ਜਿਹੜੀਆਂ ਮੇਰੀ ਗੱਲ ਤਾਂ ਸੁਣ ਲਓ ਨਾ। ਪੰਜਾਬ ਦੇ ਵਿੱਚ ਅਸੀਂ 13 ਜਥੇਬੰਦੀਆਂ ਇੱਕ ਲੜ ਰਹੀਆਂ ਦੀਆਂ, 12 ਇੱਕ ਲੜ ਰਹੀਆਂ। ਅਸੀਂ ਆਪਦੇ ਵਿਚਾਰ ਕੱਢ ਕੇ ਪਾਸੇ ਰੱਖੇ, ਨਾਲ ਇਹ ਗੱਲ ਰੱਖੀ ਵੀ ਜਿਹੜੀ ਮੀਟਿੰਗ ਦੇ ਵਿੱਚ ਸਹਿਮਤੀ ਆ ਜਾ ਕਰੂਗੀ ਉਹ ਲੜਾਈ ਲੜਨੀ। ਉਹ ਤਾਂ ਜ਼ਰੂਰੀ ਹੈ, ਸਰਬਸੰਮਤੀ ਕਰਨਾ ਜ਼ਰੂਰੀ ਹੈ, ਵੀ ਕਰਕੇ ਸਭ ਤੇ ਲੜਾਈ ਲੜਨੀ ਹੈ। ਵੀ ਜੇ ਤਾਂ ਬੰਦਾ ਉਹ ਵਿਚਾਰ ਆਪਦੇ ਛੱਡ ਕੇ ਥੋੜਾ ਜਿਹਾ ਆ ਜੇ ਫਿਰ ਤਾਂ ਠੀਕ ਰਹਿੰਦਾ। ਹੁਣ ਜੇ ਮੈਂ ਜਿਕਰ ਮੈਨੂੰ ਕਰਨਾ ਪਊ 26 ਵਾਲਾ ਫਿਰ ਰੌਲਾ ਕਿੱਥੇ ਪਿਆ। ਕੁਛ ਇੱਥੇ ਇਨਕਲਾਬ ਕਰਨਾ ਚਾਹੁੰਦੇ ਨੇ, ਕੁਛ ਮੈਂ ਦੂਜੀ ਗੱਲ ਨਾ ਕਹਾਂ ਹੋਰ ਕੁਛ ਕਰਨਾ ਚਾਹੁੰਦੇ ਨੇ ਕਿ ਇਸੇ ਕਰਕੇ ਹੈ। ਜੇ ਇੱਕ ਮੁੱਠਤਾ ਹੋਵੇ ਮਾੜੀ ਚੀਜ਼ ਤਾਂ ਨਹੀਂ ਕੋਈ, ਇੱਕ ਰਾਏ ਬਣ ਜੇ, ਇੱਕ ਵਿਚਾਰ ਬਣ ਜੇ, ਵਿਚਾਰਾਂ 'ਤੇ ਚੱਲੀਏ। ਜਿਹੜੀ ਮੰਗ ਨੂੰ ਆਪਾਂ ਲੈ ਕੇ ਆਏ ਹਾਂ ਉਹ 'ਤੇ ਅਸੀਂ ਦਾਅਵ ਦੇਈਏ, ਜਿਹੜੀ ਮੰਗ ਨੂੰ ਅਸੀਂ ਪੰਜਾਬ 'ਚੋਂ ਲੈ ਕੇ ਆਏ ਹਾਂ, ਨਵੀਂ ਮੰਗ ਕੋਈ ਨਾ ਘਸੋੜੀਏ ਤਾਂ ਲਾਜ਼ਮੀ ਅਸੀਂ ਅੰਦੋਲਨ ਜਿੱਤਾਂਗੇ। ਬਾਪੂ ਜੇਕਰ ਗੱਲ ਕਰੀਏ ਜਮ੍ਹਾਂਬੰਦੀ ਨੂੰ ਲੈ ਕੇ, ਤੁਸੀਂ ਕਿਹਾ ਆੜ੍ਹਤੀ ਵੀ ਲਗਾਤਾਰ ਹੁਣ ਕਿਸਾਨ ਅੰਦੋਲਨ ਦਾ ਸਾਥ ਦੇ ਰਹੇ ਨੇ, ਕਿਸਾਨ ਮਜ਼ਦੂਰ ਇਕੱਠੇ ਨੇ, ਜਮ੍ਹਾਂਬੰਦੀ ਦਾ ਜਿਹੜਾ ਇਹ ਨਵਾਂ ਪੰਗਾ ਜਿਹੜਾ ਕੇਂਦਰ ਵੱਲੋਂ ਪਾਇਆ ਗਿਆ, ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ? ਨਹੀਂ, ਸਰਕਾਰ ਹੁਣ ਹਰ ਇੱਕ ਕੰਮ ਤੋਂ ਭੱਜ ਰਹੀ ਹੈ ਜ਼ਿੰਮੇਦਾਰੀ 'ਚੋਂ, ਜਿਵੇਂ ਕੋਈ ਘਰ ਦਾ ਆਗੂ ਭੱਜਦਾ ਹੁੰਦਾ ਹੈਗਾ। ਦੇਖੋ ਜਹਾਜ਼ ਇਹਨਾਂ ਨੇ ਵੇਚਤੀਆਂ, ਰੇਲ ਵੇਚਣ ਜਾ ਰਹੇ ਨੇ, ਸਕੂਲ ਇਹਨਾਂ ਨੇ ਵੇਚਤੇ, ਹਸਪਤਾਲ ਇਹਨਾਂ ਨੇ ਵੇਚਤੇ, ਇੱਕੋ ਇੱਕ ਖੇਤੀ ਸੀ ਸਾਡੀ, ਹੁਣ ਕਣਕ ਖਰੀਦਣ ਤੋਂ ਭੱਜ ਰਹੇ ਨੇ। ਤੁਸੀਂ ਆਪ ਪੱਤਰਕਾਰ ਸਿਆਣੇ ਲੋਕ ਹੋ, ਪੜ੍ਹੇ ਲਿਖੇ ਹੋ, 1 ਅਰਬ 30 ਕਰੋੜ ਦੀ ਆਬਾਦੀ ਹੈ, ਬਾਈ ਚਾਂਸ ਮਾੜਾ ਜਿਹਾ ਅਨਾਜ ਦਾ ਤੋੜਾ ਪੈ ਕੇ ਇੱਥੇ ਬਣੂਗਾ ਕੀ ਬਣੂਗਾ ਕੁਛ?
ਕੀ ਸਰਕਾਰ ਦਾ ਹੱਕ ਨਹੀਂ ਬਣਦਾ? ਹੁਣ ਗਵਾਂਢੀਆਂ ਨਾਲ ਲੜਾਈ, ਪਾਕਿਸਤਾਨ ਨਾਲ ਕਲੇਸ਼ ਪਾਈ ਬੈਠੇ ਨੇ, ਚੀਨ ਨਾਲ ਕਲੇਸ਼ ਪਾਈ ਬੈਠੇ ਨੇ, ਤੇ ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਨਾਲ ਕੀ ਬਣਿਆ? ਗਿਆ ਪ੍ਰਧਾਨ ਮੰਤਰੀ, ਸ਼ਰਮ ਆਪਾਂ ਨੂੰ ਆਉਂਦੀ ਹੈ ਜਦੋਂ ਕੋਈ ਹਾਲਾਤ ਇਹੋ ਜਿਹੇ ਹੋ ਜਾਣ। ਤੇ ਜਨ ਕਣਕ ਪਾਕਿਸਤਾਨ ਦਾ ਬਾਰਡਰ ਖੋਲ੍ਹਣ, ਸਾਰੀ ਕਣਕ ਵੀ 3000 ਰੁਪਏ ਕੁਇੰਟਲ ਵਿਕੂਗੀ ਜੇ ਕੋਈ ਨਾ ਸਰਕਾਰ ਨੂੰ ਪੈਸੇ ਬਣਨਗੇ, ਪਰ ਉਹ ਤਾਂ ਕਰਨਾ ਨਹੀਂ ਗਾ। ਅਸੀਂ ਖਰੀਦਣੀ ਨਹੀਂ ਜੀ। ਫਿਰ ਹੋਰ ਕਿਸਾਨ ਕੋਲੇ ਕੀ ਹੈਗਾ? ਫਿਰ ਕਰਜ਼ੇ ਤੋਂ ਜਵਾਬ ਦੇਵਾਂਗੇ, ਫਿਰ ਬਿਜਲੀ ਬਿੱਲ ਭਰਨ ਤੋਂ ਜਵਾਬ ਦੇਵਾਂਗੇ। 70% ਲੋਕ ਬਿੱਲ ਨਹੀਂ ਭਰ ਸਕਦੇ, ਚਾਹੇ ਸ਼ਹਿਰੀ ਨੇ ਚਾਹੇ ਪਿੰਡੂ ਨੇਗੇ, ਪਰ ਉਹ ਹਟਦੇ ਨਹੀਂ ਇਸ ਗੱਲ ਤੋਂ। ਨਾ ਕਰਾਂਗੇ ਕੀ? ਸਰਕਾਰਾਂ ਇਸ ਗੱਲ ਤੇ ਮੇਰਾ ਖਿਆਲ ਹੈ ਵੀ ਪਿੱਛੇ ਹਟ ਰਹੀਆਂ, ਇਹ ਮਾੜੀ ਗੱਲ ਹੈ। ਬਾਪੂ ਜੀ ਇੱਕ ਹੋਰ ਗੱਲ ਹੈਗੀ ਆ ਕਿ ਦਿੱਲੀ ਚਾਂਦਨੀ ਚੌਂਕ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਮੂਰਤੀ ਲਗਾਉਣ ਦੀ ਜਿਹੜੀ ਕੇਂਦਰ ਸਰਕਾਰ ਗੱਲ ਕਰ ਰਹੀ ਹੈ। ਹਾਲਾਂਕਿ ਕੱਲ੍ਹ ਅਸੀਂ ਖਬਰ ਵੀ ਕਰਕੇ ਆਏ ਹਾਂ, ਸਿੱਖ ਸੰਗਤਾਂ 'ਚ ਬੜਾ ਰੋਹ ਆ। ਉਹ ਕਹਿੰਦੇ ਅਸੀਂ ਕਦੇ ਮੂਰਤੀ ਪੂਜਨ ਨਹੀਂ ਕੀਤਾ, ਉਸ ਨੂੰ ਨਹੀਂ ਪੂਜਾ, ਨਾ ਹੀ ਅਸੀਂ ਲੱਗਣ ਦੇਵਾਂਗੇ। ਕਿਉਂ ਆਖਿਰਕਾਰ ਧਰਮ ਦੇ ਵਿੱਚ ਦਖਲਅੰਦਾਜ਼ੀਆਂ ਹੋ ਰਹੀਆਂ? ਇਹ ਉਹੀ ਹੈ ਨਾ, ਫਿਰ ਅਸੀਂ ਕਹਿੰਦੇ ਹਿੰਦੂ ਝੰਡਾ ਹੈ। ਜਦੋਂ ਸਾਡੇ ਸਿੱਖ ਧਰਮ 'ਚ ਬੁੱਤ ਲਾਉਣਾ ਹੈ ਹੀ ਨਹੀਂ, ਕਿਉਂ ਲਾਇਆ? ਸਾਡੇ ਫਿਰ ਗੁਰੂਆਂ ਦਾ ਇਹ ਤਾਂ ਕਲੇਸ਼ ਵੱਡਾ ਛਿੜੂਗਾ। ਮੇਰੀ ਗੱਲ ਸੁਣੋ, ਵੱਡਾ ਕਲੇਸ਼ ਛਿੜੂਗਾ। ਹੁਣ ਸਾਡਾ ਮਹਾਰਾਜ ਹੈ, ਗ੍ਰੰਥ ਹੈ ਸਾਡਾ, ਅਸੀਂ ਉਹਦੇ ਕੋਲ ਪਿੱਠ ਕਰਕੇ ਨਹੀਂ ਬੈਠ ਸਕਦੇ, ਉਹਦੇ ਮੂਹਰੇ ਅਸੀਂ ਨੰਗਾ ਸਿਰ ਕਰਕੇ ਨਹੀਂ ਬੈਠ ਸਕਦੇ। ਹੁਣ ਸਾਡੇ ਗੁਰੂਆਂ ਦਾ ਕਿਤੇ ਬੁੱਤ ਲੱਗਿਆ ਹੋਵੇ, ਅਸੀਂ ਪਿੱਠ ਕਰਕੇ ਆਟੋਮੈਟਿਕ ਪਿੱਠ ਹੋਊਗੀ? ਇਹ ਤਾਂ ਬਹੁਤ ਮਾੜੀ ਗੱਲ ਹੈ। ਸਰਕਾਰ ਜੇ ਲਿਆ ਰਹੀ ਹੈ, ਇਹ ਤਾਂ ਅਸੀਂ ਸੰਯੁਕਤ ਮੋਰਚੇ ਵੀ ਵਿਚਾਰਾਂਗੇ, ਨਹੀਂ ਇਹੋ ਜਿਹਾ ਕੰਮ ਲਿਆਉਣਾ ਚਾਹੀਦਾ। ਇਹ ਦਖਲਅੰਦਾਜ਼ੀ ਹੈ। ਇਹ ਹਿੰਦੂ ਆ, ਬਹੁਤ ਦੇਸ਼ ਆ, ਬਹੁਤ ਭਾਸ਼ਾ ਦਾ, ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ। ਇਹ ਨਹੀਂ ਬਣਨਾ, ਨਾ ਬਣਦਾ ਵੀ ਹੈ ਨਹੀਂ। ਹੁਣ ਸਾਡਾ ਆਪ 'ਚ ਕਿੰਨਾ ਪਿਆਰ ਹੈ, ਹਿੰਦੂ ਆ, ਸਿੱਖ ਆ, ਮੁਸਲਮਾਨ ਇਕੱਠੇ ਰਹਿੰਦੇ ਅਸੀਂ, ਸਾਡਾ ਕੀ ਫਰਕ ਹੈ? ਕਿਉਂ ਇਹ ਨਵੇਂ ਜੱਬ ਛੇੜਦੇ ਨੇਗੇ? ਮਤਲਬ ਹੈ ਜੇ ਕਰਨ ਬੁੱਤ ਲਾਉਣ ਕਿੰਨੀ ਕਿਉਂ ਜਾਂਦੇ ਨੇ? ਸਕੂਲ ਬਣਾ ਦੇਣਗਾ ਲੋਕਾਂ ਨੂੰ, ਇੱਥੇ ਦਿੱਲੀ ਦੇ ਵਿੱਚ ਲੋਕ ਝੁੰਬੀਆਂ 'ਚ ਬੈਠੇ ਨੂੰ ਘਰ ਪਾ ਕੇ ਦੇ ਦੇਣਗਾ, ਆਪੇ ਸਾਰਾ ਕੰਮ ਚੱਲੂ। ਜਾਣ ਕੇ ਦੂਜੇ ਏਜੰਡੇ ਲਿਆਉਂਦੇ ਨੇ। ਤੇ ਬਾਪੂ ਸਭ ਤੋਂ ਵੱਡੀ ਗੱਲ ਅਹਿਮ ਇਹ ਹੈ, ਨੌਜਵਾਨ ਬਾਰ-ਬਾਰ ਕਹਿ ਰਹੇ ਸੀ ਕੋਈ ਤਕੜਾ ਸੰਘਰਸ਼ ਵਿੱਢਿਆ ਜਾਵੇ, ਕੋਈ ਵੱਡਾ ਐਕਸ਼ਨ ਪਲਾਨ ਹੋਵੇ। ਸੰਯੁਕਤ ਮੋਰਚੇ ਨੇ ਨੌਜਵਾਨਾਂ ਦੀ ਗੱਲ ਮੰਨੀ ਆ, ਲੱਖੇ ਸਿਧਾਣੇ ਨੂੰ ਵੀ ਲੈ ਲਿਆ ਤੇ ਕਾਲ ਵੀ ਦਿੱਤੀ ਗਈ ਆ ਹੁਣ ਦਿੱਲੀ ਜਾਣ ਦੀ, ਪੈਦਲ ਮਾਰਚ ਕਰਨ ਦੀ, ਨਿਹੱਥੇ ਜਾਣ ਦੀ, ਕੋਈ ਵਾਹਨ ਨਹੀਂ ਹੋਣਾ, ਪੈਦਲ ਜਾਣਾ। ਤੇ ਕਿਸ ਤਰ੍ਹਾਂ ਦੇਖਦੇ ਹੋ ਉਸ ਦਿਨ ਨੂੰ ਲੈ ਕੇ ਤਿਆਰੀਆਂ? ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਅਵੇਅਰ ਵੀ ਲੋਕਾਂ ਨੂੰ ਕੀਤਾ ਜਾ ਰਿਹਾ ਵੀ ਹੁੱਲੜਬਾਜ਼ੀ ਨਾ ਹੋਵੇ, ਤੇ ਜੇਕਰ ਉੱਥੇ ਕੋਈ ਵੀ ਡਾਂਗ ਖੜਕਦੀ ਆ, ਡਾਂਗ ਵਰਦੀ ਆ, ਤਾਂ ਉਸ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ? ਕੁਝ ਮੁੱਢਲੀਆਂ ਕੋਈ ਜਾਣਕਾਰੀਆਂ? ਮੇਰਾ ਖਿਆਲ ਹੈ ਵੀ ਜਿੰਨੀਆਂ ਵੱਡੀਆਂ ਸਟੇਜਾਂ ਸਾਰੇ 'ਤੇ ਬੋਲ ਕੇ ਆਏ ਆ, ਇੱਕ ਤਾਂ ਕੱਲ੍ਹ ਵਾਲਾ ਪ੍ਰੋਗਰਾਮ ਤੁਸੀਂ ਦੇਖ ਲਿਆ, ਬੰਦ ਕਰ ਧਰਨੇ ਦੇ ਉੱਤੇ ਸਾਰੇ ਪੰਜਾਬ 'ਚ ਵਧੀਆ ਹੋਏ ਨੇਗੇ, ਜਿੱਥੇ ਜਿੱਥੇ ਸਰਕਾਰੀ ਖਰੀਦ ਆ, ਹਰਿਆਣੇ 'ਚ ਵੀ ਹੋਏ ਨੇ, ਸਾਡੇ ਵੀ ਹੋਏ ਨੇਗੇ। ਤੇ ਵੱਡਾ ਆੜ੍ਹਤੀਆਂ ਦਾ ਇਕੱਠ ਹੋਇਆ, ਉਹ ਸਾਰਾ ਉੱਥੇ ਬੋਲ ਕੇ ਆ ਵੀ ਭਾਈ ਉੱਥੇ ਆਉਣਾ ਹੈਗਾ। ਤੇ ਉਦੋਂ ਪਹਿਲਾਂ ਇੱਕ ਹੋਰ ਵੱਡਾ ਹੋਰ ਕਰ ਰਹੇ ਹੈਗੇ, ਜਿਹੜੀ ਸੜਕ ਬੰਦ ਕਰਨੀ ਹੈ, ਠੀਕ ਹੈ ਨਾ, 24 ਘੰਟਿਆਂ ਲਈ। ਉਹ 24 ਘੰਟਿਆਂ ਲਈ ਹੋਊਗੀ ਸ਼ਾਂਤਮਈ ਅੰਦੋਲਨ, ਸਾਡਾ ਸ਼ਾਂਤ ਹੋਊਗਾ। ਹਜੇ ਉਹਦੇ ਬਾਰੇ ਡੇਟ ਤੈਅ ਹੋਣੀ ਹੈ, ਜਾਣਾ ਕਿਹੜੇ ਤਰੀਕੇ ਨਾਲ, ਕਿਵੇਂ ਆਉਣਾ। ਪਰ ਹੁਣ ਜੇ ਮੇਰਾ ਖਿਆਲ ਗੜਬੜਾ ਹੀ ਗੱਲ ਨਹੀਂ ਹੋਣੀ। ਹੁਣ ਗੜਬੜਾ ਕਰਨ ਵਾਲੇ ਵੀ ਸਿਆਣੇ ਹੋ ਗਏ, ਤੇ ਜਿਹੜੇ ਸੰਘਰਸ਼ ਲੜਦੇ ਨੇ ਉਹ ਵੀ ਸਿਆਣੇ ਹੋ ਗਏ, ਜਿਹੜੇ ਲੜਾਉਂਦੇ ਨੇ ਉਹ ਵੀ ਸਿਆਣੇ ਹੋ ਗਏ। ਮੇਰਾ ਖਿਆਲ ਹੈ ਸ਼ਾਂਤੀ ਰਹੂਗਾ ਪ੍ਰੋਗਰਾਮ, ਹੁਣ ਠੀਕ ਚੱਲੂਗਾ। ਬਾਪੂ ਇੱਕ ਵਾਰ ਤਾਂ ਪੁਲਿਸ ਨਾਲ ਸੰਪਰਕ ਸਾਧਨ ਦੀ ਲੋੜ ਪੈ ਸਕਦੀ ਹੈ ਜਾਂ ਨਹੀਂ, ਵੀ ਦੱਸਣ ਦੀ ਜ਼ਰੂਰਤ ਹੈਗੀ ਕਿ ਨਹੀਂ ਵੀ ਅਸੀਂ ਆਹ ਤਰੀਕ ਨੂੰ ਇੱਥੋਂ ਰਵਾਨਾ ਹੋਵਾਂਗੇ? ਕਹਿ ਸਕਦੇ ਹਾਂ ਕਿ ਪਰਮਿਸ਼ਨ ਚਲੋ ਦੇਣੀ ਤਾਂ ਉਹਨਾਂ ਦੇ ਹੱਥ ਆ, ਪਰ ਆਪਾਂ ਮੰਗਣੀ ਤਾਂ ਹੈ ਜਾਂ ਨਹੀਂ? ਕਿੱਦਾਂ ਲੱਗਦਾ? ਨਹੀਂ, ਸਾਡਾ ਇੱਕ ਪਰੰਪਰਾ ਹੈ ਪੰਜਾਬ 'ਚ। ਇੱਥੇ ਦੇਖੋ ਸੰਯੁਕਤ ਮੋਰਚਾ ਕੋਈ ਫੈਸਲਾ ਕਰ ਲੇ, ਅਸੀਂ ਪੰਜਾਬ 'ਚ ਕਦੇ ਮਨਜ਼ੂਰੀ ਨਹੀਂ ਲਈ, ਧਰਨਾ ਦੇਣ ਦੀ ਲਈ, ਵਰਵੇਲੀ ਇੱਕ ਪਰੰਪਰਾ ਹੈ ਸਾਡੀ। ਦੋ ਗੱਲਾਂ ਅਸੀਂ ਬਿਲਕੁਲ ਹੈ, ਅਸੀਂ ਮੰਗ ਪੱਤਰ ਦੇਣਾ, ਅਫਸਰ ਸਾਡੀ ਸਟੇਜ 'ਤੇ ਆਊਗਾ, ਅਸੀਂ ਅੰਦਰ ਮੰਗ ਪੱਤਰ ਕਦੇ ਨਹੀਂ ਦੇਣੇ। ਸਾਡੀ ਪਰੰਪਰਾ, ਪੁਰਾਣੀ ਪਰੰਪਰਾ ਹੈ। ਮਨਜ਼ੂਰੀ ਨਹੀਂ ਲੈਂਦੇ, ਅੰਦਰ ਜਾ ਕੇ ਮੰਗ ਪੱਤਰ ਨਹੀਂ ਦਿੰਦੇ, ਉਹ ਆ ਕੇ ਸਟੇਜ ਤੋਂ ਲੈ ਜਾਊਗਾ, ਬਸ ਆ ਬੋਲ ਜੋ, ਮੈਂ ਤੁਹਾਡੀਆਂ ਮੰਗਾਂ ਪਹੁੰਚਾ ਦੂੰਗਾ। ਮੇਰਾ ਖਿਆਲ ਹੈ ਚੱਲ ਮਨਜ਼ੂਰੀ ਮੁਜ਼ਾਰੀ ਦਾ ਗੱਲ ਹੀ ਛੋਟੀ ਆ, ਤਾਂ ਕੋਈ ਬੜੀ ਵੱਡੀ ਗੱਲ ਨਹੀਂ। ਹਜੇ ਡੇਟ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਡੇਟ ਤਾਂ ਤੈਅ ਹੀ ਹੋਊਗੀ, ਮਤਲਬ ਕਦੋਂ ਕਰਨਾ। ਠੀਕ ਹੈ ਜੀ। ਤੇ ਬਾਪੂ ਜੀ ਅੰਦੋਲਨ ਦੀ ਗੱਲ ਕਰਦੇ ਹਾਂ, ਪੰਜਾਬ 'ਚ ਵੀ ਗਏ ਹੋ, ਬਾਹਰ ਵੀ ਜਾ ਕੇ ਹੋ, ਪੱਛਮੀ ਬੰਗਾਲ 'ਚ ਵੀ ਜਾ ਕੇ ਆਏ ਹੋ, ਪੂਰੇ ਦੇਸ਼ ਅੰਦਰ ਜਿਹੜਾ ਸੰਯੁਕਤ ਮੋਰਚਾ ਜਾ ਰਿਹਾ, ਲੱਗਦਾ ਕਿ ਵੱਧ ਫੁੱਲ ਗਿਆ ਅੰਦੋਲਨ? ਹੁਣ ਸਿਰਫ ਇਹਨਾਂ ਰਾਜਾਂ ਦਾ ਨਹੀਂ ਰਹਿ ਗਿਆ, ਬਲਕਿ ਕਿ ਪੂਰੇ ਦੇਸ਼ ਦੇ ਉੱਪਰ ਤੱਕ ਚਲਾ? ਨਹੀਂ, ਮੈਂ ਪੱਛਮੀ ਬੰਗਾਲ ਨਹੀਂ ਮੈਂ ਗਿਆ, ਮੇਰੀ ਡਿਊਟੀ ਲੱਗੀ ਨਹੀਂ, ਹਜੇ ਲਾਈ ਨਹੀਂ। ਮੇਰਾ ਥੋੜਾ ਐਕਸੀਡੈਂਟ ਕਰਕੇ ਲਾਉਂਦੇ ਨਹੀਂ ਮੈਨੂੰ। ਹਾਂ, ਚਾਹੂੰ ਜੋ ਸਾਡੇ ਲੀਡਰ ਗਏ ਨੇ, ਬਹੁਤ ਵਧੀਆ ਉੱਥੇ ਹੁੰਗੂਰਾ ਮਿਲਿਆਗਾ, ਠੀਕ ਹੈਗਾ। ਸਾਨੂੰ ਪੱਕੀ ਆਸ ਹੈ ਕਿ ਮਮਤਾ ਦੀ ਉਹ ਇਹਨਾਂ ਦੀ ਨਹੀਂ ਬਣਦੀ। ਚੱਲ ਮੈਂ ਨਾ ਮੈਂ ਤੋਂ ਨਿਕਲ ਕੇ ਕਿਸੇ ਦੀ ਬਣੇ ਹੋਰ ਬਣੂਗੀ, ਇਹਨਾਂ ਦੀ ਨਹੀਂ ਬਣਦੀ, ਸਰਕਾਰ ਹੋਰ ਬਣੂਗੀ ਵੀ ਠੀਕ। ਹੰਗੂਰਾ ਤਾਂ ਤੁਸੀਂ ਐਂ ਲਾ ਲਓ, ਹੁਣ ਪੰਜਾਬ ਦੇ ਵਿੱਚ ਜਿਹੜਾ ਆੜ੍ਹਤੀਆਂ ਨੇ ਕੱਲ੍ਹ ਇਕੱਠ ਕੀਤਾ ਹੈਗਾ, ਉਹਦੇ ਨਾਲ ਬਹੁਤ ਹੌਸਲੇ ਸਾਡੇ ਬੁਲੰਦ ਹੋਏ ਨੇਗੇ। ਇੱਕ ਵਪਾਰੀ ਲੋਕ ਜਿਹੜੇ ਕਦੇ ਬਾਹਰ ਨਹੀਂ ਨਿਕਲੇ, ਸੜਕਾਂ 'ਤੇ ਆਏ ਨੇ। ਅੰਦੋਲਨ ਨੂੰ ਹਮਾਇਤ ਤਾਂ ਬਹੁਤ ਮਿਲ ਰਹੀ ਹੈ, ਸਿਰਫ ਸਾਡੇ ਕੋਲੇ ਕੰਮ ਹੈ 10 ਦਿਨਾਂ ਦਾ।
10 ਦਿਨਾਂ ਸਾਡਾ ਕਣਕ ਤੂੜੀ ਦਾ ਕੰਮ ਨਿਬੜ ਜੂਗਾ। ਇੰਨੇ ਕੁ ਦਿਨ ਕੰਮ 'ਚ ਥੋੜ੍ਹਾ ਜਿਹਾ ਸਾਨੂੰ ਮਤਲਬ ਆਉਂਦਾ। ਉਹਨਾਂ ਬੈਠਿਆ ਸੀ, ਪਰ ਹੁਣ ਵੀ ਪੰਚਾਇਤਾਂ 10-10 ਬੰਦੇ ਤੋਰੀ ਜਾਂਦੀਆਂ, ਆਈ ਜਾਂਦੇ ਤੋਰੀ ਜਾਂਦੇ। ਤੁਸੀਂ ਕਦੇ ਸਟੇਸ਼ਨ 'ਤੇ ਜਾਇਓ, ਗੱਡੀ ਜਾਂਦੀ ਵੀ ਇੱਧਰੋਂ ਭਰ ਜਾਂਦੀ ਹੈ ਅਤੇ ਉੱਧਰੋਂ ਵੀ ਭਰੀ ਭਰਾਈ ਆ ਜਾਂਦੀ ਹੈਗੀ। ਜਾ ਕੇ ਸਟੇਸ਼ਨ 'ਤੇ ਆਪਣੇ ਦੇਖ ਕੇ ਆਓ, ਬਹਾਦਰਗੜ੍ਹ ਸਟੇਸ਼ਨ 'ਤੇ ਰੋਜ਼ਾਨਾ ਬੰਦੇ ਆਉਂਦੇ ਬਥੇਰੇ ਨੇ, ਇੱਧਰੋਂ ਜਾਈ ਵੀ ਜਾਂਦੇ, ਆ ਗਏ ਬਾਗੇ, ਇਹ ਪਰੰਪਰਾ ਚੱਲਦੀ ਹੈ। ਬੱਬੂ ਇੱਕ ਅਹਿਮ ਸਵਾਲ ਇਹ ਹੈ ਕਿ ਕੇਂਦਰ ਸਰਕਾਰ, ਹਾਲਾਂਕਿ ਆਪਾਂ ਕਹਿ ਰਹੇ ਸੀ ਕਿ ਅੰਦੋਲਨ ਚੱਲ ਰਿਹਾ, ਅੰਦੋਲਨ ਦੇ ਦੌਰਾਨ ਕੋਈ ਵੀ ਸਰਕਾਰ ਬਿੱਲ ਨਹੀਂ ਲੈ ਕੇ ਆ ਰਹੀ ਜਾਂ ਕੋਈ ਮਤਾ ਨਹੀਂ ਪਾ ਰਹੀ, ਤੇ ਹੁਣ ਇੱਕ ਵੱਡਾ ਬਿੱਲ ਲੈ ਕੇ ਆ ਰਿਹਾ, ਸੋਧ ਬਿੱਲ ਕੀਤਾ ਜਾ ਰਿਹਾ ਬਿਜਲੀ ਨੂੰ ਲੈ ਕੇ, ਬਿਜਲੀ ਦੇ ਬਿੱਲਾਂ ਨੂੰ ਲੈ ਕੇ, ਤਾਂ ਕਿਸਾਨਾਂ ਤੇ ਵੀ ਜ਼ਾਹਿਰ ਜੀ ਗੱਲ ਉਹਦਾ ਅਸਰ ਹੋਏਗਾ। ਇਹਨੂੰ ਕਰ ਲੈਣ, ਜਿੰਨਾ ਇਹ ਮਾੜੇ ਕਰੂਗੀ ਉਹਨਾਂ ਇਹਨਾਂ ਦੀ ਜੜ੍ਹਾਂ 'ਚ ਤੇਲ ਪਊਗਾ। ਇਹ ਲੋਕਾਂ ਤੋਂ ਬਿੱਲ ਮੰਗਣਗੇ, ਬਿੱਲ ਪੈਸੇ ਦਾ ਨਹੀਂ, ਕਿਸਾਨ ਤਾਂ ਭਰ ਨਹੀਂ ਸਕਦਾ, ਮੈਂ ਗਰੰਟੀ ਕਰਦਾ, ਮਜ਼ਦੂਰ ਨਹੀਂ ਭਰ ਸਕਦਾ। ਫਿਰ ਜਾਂ ਤਾਂ ਡਾਂਗ ਨਾਲ ਚਲਾਵਾਂਗੇ ਜਾਂ ਫਿਰ 70% 90% ਬਿੱਲ ਕਨੈਕਸ਼ਨ ਕੱਟੇ ਜਾਣਗੇ। ਫਿਰ ਇਹੀ ਹੋਊਗਾ, ਪਰ ਵੱਡਾ ਰੌਲਾ ਪਊਗਾ ਵੀ ਇਹਨਾਂ ਕਹਿੰਦਾ ਜਾਂ ਤਾਂ ਕੋਈ ਬਿਜਲੀ ਦਾ ਜੇ ਕੋਈ ਪੈਸੇ ਲੈਣੇ ਰੇਟ ਘਟਾਉਣ। ਹੁਣ 10 ਰੁਪਏ ਯੂਨਿਟ ਹੈ ਪੰਜਾਬ 'ਚ, 10 ਰੁਪਏ ਯੂਨਿਟ ਕੋਈ ਭਰ ਦੂਗਾ ਮਾਈ ਦਾ ਲਾਲ, ਕਿਹਦਾ ਹੈ। ਹੁਣ ਸਵੇਰੇ ਮੋਟਰ 'ਤੇ ਪਹਿਲਾਂ ਕਣਕ ਘੱਟ ਲਾਵਾਂਗੇ, ਫਿਰ ਉਹਨੂੰ ਵਧਾ ਦੇਣ, ਕਿਹੜਾ ਉਹ ਕਰਨ ਚਲਾ ਲੂਗਾ। ਫਿਰ ਜੇ ਮੋਟਰ ਨਹੀਂ ਚੱਲੂ ਫਿਰ ਝੋਨਾ ਨਹੀਂ ਹੋਣਾ, ਮੋਟਰ ਨਹੀਂ ਚੱਲੂ ਕਣਕ ਨਹੀਂ ਹੋਣੀ, ਫਿਰ ਤੋੜਾ ਅਨਾਜ ਤਾਂ ਪਊਗਾ, ਇਹੀ ਪਊਗਾ ਨਾ। ਇਸੇ ਕਰਕੇ ਅਸੀਂ ਉਹਦਾ ਵਿਰੋਧ ਕਰਾਂਗੇ ਡਟ ਕੇ ਵੀ ਇਹ ਨਹੀਂ ਕਰਨਾ ਚਾਹੀਦਾ। ਮੈਂ ਪਹਿਲਾਂ ਸਟੇਜ ਤੋਂ ਬੋਲ ਕੇ ਆਇਆ, ਮੇਰੀ ਤਾਂ ਹਜੇ ਰਹਿ ਨਹੀਂ ਮੰਨ ਰਹੇ। ਸਰਕਾਰ ਨਾਲ ਨਾ ਮਿਲਤਨ ਦਾ ਹੈਰ ਚਲਾਈਏ, ਨਾ ਸਰਕਾਰ ਤੋਂ ਲਈਏ ਨਾ ਦੇਈਏ। ਇੱਥੇ ਵੀ ਨਾ ਖੜਕੀ ਲਾ ਲਿਆ ਇੱਕ ਤਰ੍ਹਾਂ ਦੀ ਬੈਠੇਆਂਗੇ ਤੇ ਪੰਜਾਬ ਚੱਲੀ। ਧੰਨਵਾਦ ਬਾਪੂ ਸਾਰੀ ਗੱਲਬਾਤ ਦੌਰਾਨ। ਅਸੀਂ ਰੁਲਦੂ ਸਿੰਘ ਜੀ ਮਾਨਸਾ ਜੀ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਤੋਂ ਅਹਿਮ ਵਿਚਾਰਾਂ ਤੇ ਜਿਹੜੀ ਗੱਲਬਾਤ ਕੀਤੀ ਹੈ। ਸਿੰਘ ਬਾਰਡਰ ਤੋਂ ਕੈਮਰਾਮੈਨ ਕਮਲ ਦੇ ਨਾਲ ਸੁੱਖਾ ਖੇੜੀਵਾਲਾ।